यस गुड मॉर्निंग स्टूडेंट्स। बेटा ਅੱਜ ਆਪਾਂ ਲਾਲਾ ਲਾਜਪਤ ਰਾਏ ਚੈਪਟਰ ਅੱਗੋਂ ਸ਼ੁਰੂ ਕਰਾਂਗੇ। ਕੱਲ ਵੀ ਆਪਾਂ ਇਹ ਚੈਪਟਰ ਪੜਿਆ ਸੀਗਾ ਔਰ ਮੈਂ ਤੁਹਾਨੂੰ ਜਿੰਨਾ ਚੈਪਟਰ ਪੜਾਇਆ ਸੀਗਾ ਉਹਦੇ ਵਿੱਚ ਮੈਂ ਬੋਲਿਆ ਸੀ ਕਿ ਬੇਟਾ ਤੁਸੀਂ ਉਹਨਾਂ ਹੀ ਚੈਪਟਰ ਘਰ ਬੈਠ ਕੇ ਪੜ੍ਹਨਾ ਆ ਔਰ ਅੱਗੇ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਕੋਲੋਂ ਪਿਛਲੇ ਪੜਾਈ ਦੇ ਵਿੱਚੋਂ ਮੈਂ ਕੁਐਸਚਨ ਆਨਸਰ ਪੁੱਛੂੰਗੀ। ਸੋ ਬੇਟਾ ਜੀ ਜਿੰਨਾ ਆਪਾਂ ਨੇ ਚੈਪਟਰ ਪੜਿਆ ਸੀਗਾ ਉਹ ਡਿਸਕਸ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਸ ਚੈਪਟਰ ਦੇ ਰਿਗਾਰਡਿੰਗ ਕੁਝ ਕੁਐਸਚਨ ਜਿਹੜੇ ਆ ਉਹ ਪੁੱਛਣੇ ਆ। ਸੋ ਸਾਰੇ ਬੱਚਿਆਂ ਨੇ हैंड रेज करना है जिस है टर्न बाय टर्न सारे बच्चों ਨੂੰ ਜਿਹੜਾ ਹੈਗਾ ਉਹ ਪੁੱਛਣ ਦੀ ਕੋਸ਼ਿਸ਼ ਕੀਤੀ ਜਾਏਗੀ। यस बेटा जी लाला लाजपत राय ने सब तो पहला ਜਿਹੜੀ ਵਕਾਲਤ ਸੀਗੀ ਉਹ ਕਿੱਥੋਂ ਸ਼ੁਰੂ ਕੀਤੀ ਸੀਗੀ? ਹਾਂਜੀ अर्पिता अनम्यूट योरसेल्फ। अर्पिता बेटा लाला लाजपत राय ने सब तो पहला वकालत कित्थों शुरू की सी? अर्पिता हाँ जी बेटा। जैसमिलन मैम जगराओं। जगराओं तो बिल्कुल ठीक, वेरी गुड बेटा। लाला लाजपत राय दे पिता दा की नाम सी? हाँ जी पार्थ। पार्थ अनम्यूट योरसेल्फ। हाँ जी yes, बेटा। मैम लाला लाजपत राय दे पिता दा की नाम सी? हाँ जी शरणजीत कौर। शरणजीत अनम्यूट योरसेल्फ बेटा। शरणजीत हाँ जी बेटा शरणजीत बोलो बेटे। शरणजीत शरणजीत म्यूट करो पुत्र जी अपने आप नु। हर्षबीर हर्षबीर अनम्यूट योरसेल्फ। मुंशी राधा कृष्ण। हाँ जी मुंशी राधा कृष्ण पिता का नाम सीगा। ठीक है जी। ਜਦੋਂ ਲਾਲਾ ਲਾਜਪਤ ਰਾਏ ਨੇ ਵਕਾਲਤ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਇਹਨਾਂ ਦੀ ਫੀਸ ਕਿੰਨੀ ਸੀਗੀ? मन्नत मन्नत अनम्यूट योरसेल्फ। मैम 5 रुपए। वेरी गुड 5 रुपए। कितनी फीस सीगी? 5 रुपए। और उन्हां 5 रुपए दे विच ही अपना सारा खर्चा जिहड़ा सीगा करदे सी। लाला लाजपत राय दी वकालत दी प्रसिद्धि दा की कारण सी? आर्यन माही अनम्यूट योरसेल्फ। लाला लाजपत राय दी वकालत दी प्रसिद्धि दा की कारण सी? आर्यन अनम्यूट योरसेल्फ बेटा। आर्यन यस पुत्र जी अनम्यूट करो अपने आप नू। हाँ जी हार्दिक गाबा। हार्दिक हार्दिक अनम्यूट करो अपने आप नू पुत्र जी। यस लाला लाजपत राय दी वकालत दी प्रसिद्धि दा ये कारण सीगा कि वो बहुत मेहनत करते सीगे। जिस जो भी उन्हां नू केस मिलदा सीगा ओह ओनू बहुत ध्यान नाल परखदे सी। लाला लाजपत राय दे नाल किस नू मियां मीर भेजिया गया सी? हाँ जी प्रत्यूष प्रत्यूष अनम्यूट योरसेल्फ। हाँ जी प्रत्यूष अनम्यूट। हाँ जी सिमरन तुसी दसो बेटा। सिमरन अजीत सिंह। सरदार अजीत सिंह नू। वेरी गुड। और सरदार अजीत सिंह कौन सीगे? भगत सिंह दे चाचा जी। ठीक है हाँ जी भावना मैम। मैम सारे बच्चों नू म्यूट कर दियो। बेटा आपां ने इस चैप्टर Ma'am, unmute yourself. Kiran ma'am, unmute yourself.
रुकी हुई है ना? मैम हाँ आ जी। गई आपकी आवाज, ओके जी, आ गई आवाज। हाँ जी, हाँ जी। यस बेटा, ਆਪਾਂ ਨੇ ਇਸ ਦੇ ਵਿੱਚ ਪੜਿਆ ਸੀਗਾ ਕਿ ਲਾਲਾ ਲਾਜਪਤ ਰਾਏ ਨੂੰ ਪੁਲਿਸ ਫੜ ਕੇ ਲੈ ਜਾਂਦੀ ਆ, ਮਹੱਲੇ ਦੀਆਂ ਦੋ ਔਰਤਾਂ ਆਪਸ ਦੇ ਵਿੱਚ ਗੱਲ ਕਰਦੀਆਂ ਨੇ ਔਰ ਗੱਲ ਕਰਦੀਆਂ ਨੇ ਕਿ ਉਹ ਹਮੇਸ਼ਾ ਹੀ ਪੁੱਠੇ ਕੰਮ ਕਰਦਾ ਸੀ। ਪੁੱਠੇ ਕੰਮ ਮੀਨਸ ਕਿ ਉਹਨੇ ਅੰਗਰੇਜ਼ ਸਰਕਾਰ ਨਾਲ ਮੱਥਾ ਲਾਇਆ ਸੀਗਾ, ਇਸੇ ਲਈ ਉਹਨੂੰ ਪੁਲਿਸ ਫੜ ਕੇ ਲੈ ਗਈ ਹੈ। ਫਿਰ ਸਾਨੂੰ ਲੇਖਕ ਨੇ ਇਹਦੇ ਵਿੱਚ ਇਹ ਵੀ ਦੱਸਿਆ ਆ ਕਿ ਲਾਲਾ ਲਾਜਪਤ ਰਾਏ ਦਾ ਜਿਹੜਾ ਬਚਪਨ ਸੀਗਾ ਉਹ ਆਪਣੇ ਨਾਨਕੇ ਪਰਿਵਾਰ ਵਿੱਚ ਹੀ ਬੀਤਿਆ ਸੀਗਾ, ਜਿਸ ਕਰਕੇ ਬਾਣੀ ਨੂੰ ਪੜ੍ਹਨ ਦਾ, ਸ਼ਬਦਾਂ ਦਾ ਜਿਹੜਾ ਰਸ ਸੀਗਾ ਉਹ ਉਹਨਾਂ ਨੂੰ ਬਚਪਨ ਵਿੱਚ ਹੀ ਆਪਣੇ ਨਾਨਕਿਆਂ ਤੋਂ ਮਿਲਿਆ ਸੀ। ਲਾਲਾ ਲਾਜਪਤ ਰਾਏ ਇੱਕ ਬਹੁਤ ਮਿਹਨਤੀ ਵਕੀਲ ਸਨ। ਉਹ ਹਮੇਸ਼ਾ ਮਜ਼ਲੂਮਾਂ, ਗਰੀਬਾਂ ਤੇ ਲਤਾੜੇ ਹੋਏ ਲੋਕਾਂ ਦੀ ਹੀ ਮਦਦ ਕਰਦੇ ਰਹਿੰਦੇ ਸਨ। ਉਹਨਾਂ ਨੂੰ ਜਦੋਂ ਵੀ ਕੋਈ ਕੇਸ ਮਿਲਦਾ ਸੀ ਤਾਂ ਉਹ ਉਸ ਕੇਸ ਨੂੰ ਬਹੁਤ ਗਹਿਰਾਈ ਨਾਲ ਦੇਖਦੇ, ਵਿਰੋਧੀ ਧਿਰ ਦੀਆਂ ਜੋ ਵੀ ਵਿਚਾਰਧਾਰਾਵਾਂ ਹੁੰਦੀਆਂ ਸੀ ਜਾਂ ਉਹਨਾਂ ਦੇ ਜੋ ਵੀ ਸਵਾਲ ਹੁੰਦੇ ਸੀਗੇ, ਉਹਨਾਂ ਦੇ ਜਵਾਬ ਵੀ ਉਹ ਆਪਣੇ ਆਪ ਹੀ ਲੱਭ ਲੈਂਦੇ ਸਨ। ਫਿਰ ਉਸ ਤੋਂ ਬਾਅਦ ਸਾਨੂੰ ਅੱਗੇ ਦੱਸਿਆ ਆ ਕਿ ਅੰਗਰੇਜ਼ਾਂ ਨੂੰ ਇਹ ਕਦੇ ਵੀ ਮਨਜ਼ੂਰ ਨਹੀਂ ਸੀਗਾ ਕਿ ਕੋਈ ਉਹਨਾਂ ਦੇ ਵਿਰੁੱਧ ਭਾਰਤੀ ਜਨਤਾ ਨੂੰ ਉਕਸਾਏ ਜਾਂ ਉਹਨਾਂ ਦੇ ਵਿਰੁੱਧ ਭੜਕਾਏ। ਸੋ ਇਸੇ ਲਈ ਜਦੋਂ ਲਾਲਾ ਲਾਜਪਤ ਰਾਏ ਜੀ ਜੋ ਬਹੁਤ ਭਾਰੀ ਜਲਸਿਆਂ ਦੇ ਵਿੱਚ ਭਾਸ਼ਣ ਦਿੰਦੇ ਸੀ ਤਾਂ ਬਹੁਤ ਦੂਰ ਦੂਰ ਤੱਕ ਲੋਕਾਂ ਨੂੰ ਉਹ ਸੁਣਾਈ ਦਿੰਦਾ ਸੀ, ਤਾਂ ਉਹ ਲੋਕਾਂ ਦੇ ਵਿੱਚ ਇਹੋ ਜਿਹੀ ਚੇਤਨਾ ਭਰਨੀ ਚਾਹੁੰਦੇ ਸਨ ਤਾਂ ਕਿ ਉਹਨਾਂ ਨੂੰ ਆਪਣੇ ਹੱਕਾਂ, ਆਪਣੇ ਅਧਿਕਾਰਾਂ ਦਾ ਪਤਾ ਲੱਗੇ। ਅੰਗਰੇਜ਼ੀ ਰਾਜ ਦੇ ਜੋ ਘਟੀਆ ਕਾਨੂੰਨ ਸੀਗੇ, ਕੂਟਨੀਤੀਆਂ ਸੀਗੀਆਂ, ਉਹਨਾਂ ਬਾਰੇ ਉਹਨਾਂ ਨੂੰ ਪਤਾ ਲੱਗੇ ਤੇ ਉਹਨਾਂ ਦੇ ਵਿਰੁੱਧ ਉਹ ਆਵਾਜ਼ ਉਠਾਉਣ। ਇਸੇ ਲਈ ਉਹਨਾਂ ਨੇ ਧੋਖੇ ਨਾਲ ਉਹਨੂੰ ਗ੍ਰਿਫਤਾਰ ਕੀਤਾ ਕਿ ਤੈਨੂੰ ਡਿਪਟੀ ਕਮਿਸ਼ਨਰ ਨੇ ਬੁਲਾਇਆ ਹੈ। ਲਾਲਾ ਲਾਜਪਤ ਰਾਏ ਨੂੰ ਪਤਾ ਚੱਲ ਗਿਆ ਸੀ ਕਿ ਇਹ ਅੰਗਰੇਜ਼ ਸਰਕਾਰ ਉਸਨੂੰ ਗ੍ਰਿਫਤਾਰ ਕਰਨ ਦੇ ਲਈ ਆਈ ਹੋਈ ਹੈ ਤੇ ਉਹ ਬਿਨਾਂ ਕੋਈ ਹੋਰ ਹਿਜਕ ਕੀਤਿਆਂ ਹੀ ਉਹਨਾਂ ਦੇ ਨਾਲ ਉੱਠ ਕੇ ਤੁਰ ਪੈਂਦੇ ਆ। ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਲਾਹੌਰ ਦੇ ਵਿੱਚ ਲੋਕਾਂ ਵਿੱਚ ਬਹੁਤ ਜ਼ਿਆਦਾ ਰੋਸ ਜਾਗ ਜਾਂਦਾ ਆ। ਲੋਕ ਭੜਕ ਉੱਠਦੇ ਆ, ਜਲਸੇ ਜਲੂਸ ਕੱਢਦੇ ਆ, ਹੜਤਾਲਾਂ ਹੁੰਦੀਆਂ ਆ। ਕਈ ਤਾਂ ਇੰਝ ਵੀ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਲਾਲਾ ਲਾਜਪਤ ਰਾਏ ਨੂੰ ਅੰਗਰੇਜ਼ਾਂ ਦੀ ਮੋਟਰ ਗੱਡੀ ਇੰਝ ਲੈ ਕੇ ਗਈ ਆ ਜਿਵੇਂ ਕਿਸੇ ਸ਼ਹਿਨਸ਼ਾਹ ਜਾਂ ਰਾਜੇ ਦੀ ਸਵਾਰੀ ਜਾਂਦੀ ਹੋਵੇ। ਔਰ ਮੀਆਂ ਮੀਰ ਦੇ ਵਿੱਚ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਨੂੰ ਭਾਰਤੀ ਲੋਕਾਂ ਤੋਂ ਡਰਦਿਆਂ ਹੋਇਆ ਰਾਤੋਂ ਰਾਤ ਭੇਜ ਦਿੱਤਾ ਜਾਂਦਾ ਆ ਤਾਂ ਕਿ ਕਿਸੇ ਤਰ੍ਹਾਂ ਵੀ ਲੋਕ ਉੱਥੇ ਹੰਗਾਮਾ ਕਰਕੇ ਜਾਂ ਹੜਤਾਲ ਕਰਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰਨ। ਬੇਟਾ ਜੀ ਆਪਾਂ ਨੇ ਇੱਥੇ ਤੱਕ ਕੱਲ ਇਹ ਚੈਪਟਰ ਪੜ੍ਹਿਆ ਸੀ। ਅੱਜ ਆਪਾਂ ਉਸ ਤੋਂ ਅੱਗੇ ਸ਼ੁਰੂ ਕਰਦੇ ਹਾਂ। ਤੁਹਾਡੀ ਕਿਤਾਬ ਦਾ ਪੇਜ ਨੰਬਰ 77 ਜਿਹਦੇ ਵਿੱਚ ਦਿੱਤਾ ਹੋਇਆ ਆ ਕਿ ਇੱਥੋਂ ਬੰਦ ਡੱਬੇ ਵਿੱਚ ਲਾਲਾ ਜੀ ਤੇ ਸਰਦਾਰ ਅਜੀਤ ਸਿੰਘ ਨੂੰ ਕਲਕੱਤੇ ਭੇਜਿਆ ਗਿਆ। ਫਿਰ ਅੱਗੇ ਮਾਂਡਲੇ ਜੇਲ੍ਹ ਭੇਜ ਦਿੱਤਾ। ਕਹਿੰਦੇ ਪਹਿਲਾਂ ਉਹਨਾਂ ਦੋਨਾਂ ਨੂੰ ਮੀਆਂ ਮੀਰ ਭੇਜਿਆ, ਮੀਆਂ ਮੀਰ ਤੋਂ ਉਹਨਾਂ ਨੂੰ ਇੱਕ ਬੰਦ ਡੱਬੇ ਵਾਲੀ ਗੱਡੀ ਦੇ ਵਿੱਚ ਕਲਕੱਤੇ ਭੇਜਿਆ ਤੇ ਉੱਥੇ ਉਹਨਾਂ ਨੂੰ ਮਾਂਡਲੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਮਾਂਡਲੇ ਜੇਲ੍ਹ ਵਿੱਚ ਲਾਲਾ ਜੀ 6 ਮਹੀਨੇ ਰਹੇ। ਅੰਡਰਲਾਈਨ MCQ, ਕਿਹੜੀ ਜੇਲ੍ਹ ਦੇ ਵਿੱਚ 6 ਮਹੀਨੇ ਰਹੇ? 2 ਕੁਐਸਚਨ ਬਣਦੇ ਆ। ਤੇ ਮਾਂਡਲੇ ਜੇਲ੍ਹ ਦੇ ਵਿੱਚ ਕਿੰਨੇ ਮਹੀਨੇ, ਕਿੰਨਾ ਸਮਾਂ ਰਹੇ? ਉੱਥੇ ਉਹ ਸਭਨਾ ਪੰਜਾਬੀਆਂ ਦੇ ਲੀਡਰ ਸਨ। ਬਹੁਤ ਸਾਰੇ ਪੰਜਾਬੀ ਉਹਨਾਂ ਨੂੰ ਮਿਲਣ ਲਈ ਆਉਂਦੇ ਸਨ ਤੇ ਉਹਨਾਂ ਦੇ ਵਿਚਾਰ ਸੁਣਦੇ ਸਨ। ਕਹਿੰਦੇ ਕਿ ਉੱਥੇ ਬਹੁਤ ਜ਼ਿਆਦਾ ਪੰਜਾਬੀ ਰਹਿੰਦੇ ਸੀ। ਉਹ ਸਾਰੇ ਹੀ ਪੰਜਾਬੀਆਂ ਦੇ ਹਰਮਨ ਪਿਆਰੇ ਹੋ ਗਏ ਸਨ। ਸਾਰੇ ਉੱਥੇ ਜਿਹੜੇ ਹੋਰ ਵੀ ਕਹਿੰਦੇ ਜਿਹੜੇ ਪੰਜਾਬੀ ਸੀਗੇ ਉਹ ਉਹਨਾਂ ਨੂੰ ਉਸ ਜੇਲ੍ਹ ਦੇ ਵਿੱਚ ਮਿਲਣ ਆਉਂਦੇ ਤੇ ਉਹਨਾਂ ਦੇ ਵਿਚਾਰ ਸੁਣਦੇ। ਮਾਂਡਲੇ ਦੀਆਂ ਅਖਬਾਰਾਂ ਵਿੱਚ ਥਾਂ ਥਾਂ ਲਾਲਾ ਜੀ ਦੀ ਚਰਚਾ ਹੋਈ। ਲੋਕ ਉਹਨਾਂ ਦੇ ਵਿਚਾਰਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਮਾਂਡਲੇ ਦੇ ਵਿੱਚ ਜਿੰਨੇ ਵੀ ਨਿਊਜ਼ਪੇਪਰ ਨਿਕਲਦੇ ਸੀ ਉਹਨਾਂ ਦੇ ਵਿੱਚ ਵੀ ਲਾਲਾ ਜੀ ਦੀ ਵਿਚਾਰ ਚਰਚਾ ਹੁੰਦੀ ਸੀ। ਪੰਜਾਬੀਆਂ ਨੇ ਕਈ ਜਗ੍ਹਾ ਉਹਨਾਂ ਦੀ ਰਿਹਾਈ ਲਈ ਮੁਜ਼ਾਹਰੇ ਕੀਤੇ। ਜਿਹੜੇ ਕਹਿੰਦੇ ਪੰਜਾਬੀ ਸੀਗੇ ਉਹਨਾਂ ਨੇ ਕਈ ਜਗ੍ਹਾ ਤੇ ਉਹਨਾਂ ਲਈ ਮੁਜ਼ਾਹਰੇ ਕੀਤੇ। ਮੁਜ਼ਾਹਰੇ ਹੁੰਦਾ ਪੁੱਤਰ ਜੀ ਜਲੂਸ, ਜਲਸੇ। ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਕੀਤੀ। 6 ਮਹੀਨੇ ਪਿੱਛੋਂ ਰਿਹਾ ਹੋ ਕੇ ਉਹ ਮੁੜ ਹਿੰਦੁਸਤਾਨ ਆ ਗਏ ਤੇ ਲਾਹੌਰ ਵਿੱਚ ਆ ਕੇ ਫਿਰ ਵਕਾਲਤ ਸ਼ੁਰੂ ਕੀਤੀ।
ਲਾਲਾ ਜੀ ਨੂੰ 6 ਮਹੀਨੇ ਦੀ ਕੈਦ ਹੋਈ ਸੀ। ਇਸ 6 ਮਹੀਨਿਆਂ ਤੋਂ ਬਾਅਦ ਉਹ ਮੁੜ ਹਿੰਦੁਸਤਾਨ ਆ ਗਏ ਤੇ ਲਾਹੌਰ ਵਿੱਚ ਆ ਕੇ ਉਹਨਾਂ ਨੇ ਫਿਰ ਤੋਂ ਆਪਣੀ ਵਕਾਲਤ ਸ਼ੁਰੂ ਕਰ ਲਈ ਸੀ। ਇਸ ਦੇ ਨਾਲ ਹੀ ਹੁਣ ਉਹ ਸਿਆਸੀ ਜ਼ਿੰਦਗੀ ਵਿੱਚ ਇੰਨੇ ਡੂੰਘੇ ਚਲੇ ਗਏ ਕਿ ਉਹਨਾਂ ਨੇ ਸਮਝ ਲਿਆ ਸੀ ਕਿ ਸਾਡੇ ਸਭਨਾਂ ਦੇ ਰੋਗ ਦਾ ਕਾਰਨ ਸਾਡੇ ਮੋਢਿਆਂ ਉੱਤੇ ਪਿਆ ਅੰਗਰੇਜ਼ੀ ਰਾਜ ਦਾ ਜੂਲਾ ਹੈ। ਕਹਿੰਦੇ ਕਿ ਹੁਣ ਉਹ ਰਾਜਨੀਤੀ ਦੇ ਵਿੱਚ ਇੰਨੇ ਕੁ ਖੁੱਭ ਗਏ ਸੀਗੇ ਕਿ ਉਹਨਾਂ ਨੇ ਇਹ ਸੋਚ ਲਿਆ ਸੀ ਕਿ ਅੱਜ ਸਾਡੇ ਦੇ ਉੱਪਰ ਜੇ ਕੋਈ ਸਾਡੇ ਉੱਪਰ ਦਲਿੱਦਰ ਹੈ, ਜੇ ਸਾਡੇ ਉੱਪਰ ਕੋਈ ਭਾਰ ਹੈ ਤਾਂ ਉਹ ਅੰਗਰੇਜ਼ੀ ਰਾਜ ਹੈ। ਕਹਿੰਦੇ ਕਿ ਸਾਰਿਆਂ ਰੋਗਾਂ ਦਾ ਇਲਾਜ ਹੋ ਸਕਦਾ ਹੈ ਪਰ ਜੋ ਅੰਗਰੇਜ਼ੀ ਰਾਜ ਹੈ ਇਹਦਾ ਇਲਾਜ ਨਹੀਂ ਹੋ ਸਕਦਾ। ਸੋ ਸਾਨੂੰ ਇਸ ਭਾਰ ਨੂੰ, ਇਸ ਨਰਕ ਨੂੰ ਹੰਢਾਉਣਾ ਪਏਗਾ। ਪਰ ਜਿੰਨਾ ਚਿਰ ਅਸੀਂ ਇਹਦਾ ਵਿਰੋਧ ਨਹੀਂ ਕਰਦੇ, ਜਿੰਨਾ ਚਿਰ ਅਸੀਂ ਇਹਨੂੰ ਆਪਣੇ ਤੋਂ ਲਾਹੁਣ ਦੀ ਕੋਸ਼ਿਸ਼ ਨਹੀਂ ਕਰਦੇ, ਇਹ ਭਾਰ ਸਾਡੇ ਮੋਢਿਆਂ ਤੇ ਹੀ ਰਹੇਗਾ। ਜੇ ਇਸ ਨੂੰ ਗਲੋਂ ਲਾ ਦਈਏ ਤਾਂ ਸਾਰੇ ਰੋਗ ਮੁੱਕ ਜਾਣਗੇ। ਕਹਿੰਦੇ ਕਿ ਜੇਕਰ ਅਸੀਂ ਇਸ ਅੰਗਰੇਜ਼ੀ ਰਾਜ ਨੂੰ ਖਤਮ ਕਰ ਦਈਏ, ਭਾਰਤ ਤੋਂ ਬਾਹਰ ਕੱਢ ਦੇਵਾਂਗੇ ਤਾਂ ਸਾਡੇ ਭਾਰਤ ਦੇ ਸਾਰੇ ਰੋਗ, ਸਾਰੀਆਂ ਬੁਰਾਈਆਂ ਦੂਰ ਹੋ ਜਾਣਗੀਆਂ। ਗੁਲਾਮੀ ਦੇ ਕੋਹੜ ਨੇ ਸਾਰੇ ਭਾਰਤ ਦੇ ਨਿਰੋਏ ਅੰਗਾਂ ਨੂੰ ਮਾਰ ਸੁੱਟਿਆ ਹੈ। ਇੱਥੇ ਲਾਲਾ ਜੀ ਲੋਕਾਂ ਨੂੰ ਦੱਸਦੇ ਹੁੰਦੇ ਸੀਗੇ ਕਿ ਜਿਹੜਾ ਗੁਲਾਮੀ ਦਾ ਕੋਹੜ ਆ, ਜਿਹੜਾ ਅੰਗਰੇਜ਼ਾਂ ਨੇ ਭਾਰਤ ਨੂੰ ਗੁਲਾਮ ਕੀਤਾ ਹੋਇਆ, ਇਹ ਇੱਕ ਕੋਹੜ ਦੇ ਸਮਾਨ ਹੈ। ਕਹਿੰਦੇ ਕਿ ਜਿਹੜਾ ਇਹ ਕੋਹੜ ਆ ਇਹਨੇ ਸਾਡੇ ਸਾਰੇ ਭਾਰਤ ਦੇ ਨਿਰੋਏ ਅੰਗਾਂ ਨੂੰ ਮਾਰ ਸੁੱਟਿਆ ਹੈ। ਨਿਰੋਏ ਅੰਗ ਇੱਥੇ ਕਿਹੜੇ ਆ? ਤਰੱਕੀ ਕਰਨ ਦੇ ਰਾਹ, ਕਾਮਯਾਬੀ ਦੇ ਰਾਹ, ਕਿ ਉਹਨਾਂ ਨੂੰ ਖਤਮ ਕਰ ਦਿੱਤਾ ਹੈ। ਸਾਡੇ ਭਾਰਤੀ ਨਾ ਕੁਝ ਸੋਚ ਸਕਦੇ ਹਨ, ਨਾ ਕੁਝ ਕਰ ਸਕਦੇ ਆ, ਕਿਉਂਕਿ ਸਾਰਾ ਕੁਝ ਅੰਗਰੇਜ਼ਾਂ ਦੇ ਹੱਥ ਵਿੱਚ ਸੀ। ਉਹਨਾਂ ਨੇ ਸਾਨੂੰ ਭਾਰਤੀਆਂ ਨੂੰ ਪੂਰੀ ਤਰ੍ਹਾਂ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਇਸੇ ਲਈ ਅਸੀਂ ਕੁਝ ਵੀ ਆਪਣੇ ਦੇਸ਼ ਲਈ, ਆਪਣੇ ਲਈ ਸੋਚ ਨਹੀਂ ਸਕਦੇ ਸੀ। ਸੋ ਕਹਿੰਦੇ ਜਦ ਤੱਕ ਅਸੀਂ ਇਸ ਗੁਲਾਮੀ ਦੇ ਕੋਹੜ ਨੂੰ ਲਾ ਕੇ ਸੁੱਟ ਨਹੀਂ ਦਿੰਦੇ, ਅਸੀਂ ਆਪਣੇ ਦੇਸ਼ ਲਈ, ਆਪਣੀ ਜ਼ਿੰਦਗੀ ਲਈ ਕੁਝ ਵੀ ਨਹੀਂ ਕਰ ਸਕਦੇ। ਸਭ ਤੋਂ ਪਹਿਲਾਂ ਅਸੀਂ ਇਸ ਗੁਲਾਮੀ ਦੇ ਕੋਹੜ ਦਾ ਇਲਾਜ ਕਰਨਾ ਹੈ। ਲਾਲਾ ਜੀ ਕੀ ਕਹਿੰਦੇ ਸੀ ਲੋਕਾਂ ਨੂੰ ਕਿ ਇਸ ਲਈ ਜੇਕਰ ਅਸੀਂ ਆਪਣੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਪਾਉਣਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਗੁਲਾਮੀ ਦਾ ਜਿਹੜਾ ਇਹ ਕੋਹੜ ਆ, ਇਹਦਾ ਇਲਾਜ ਕਰਨਾ ਹੈ। ਇਹਦਾ ਇਲਾਜ ਕਿਵੇਂ ਆ? ਕਿ ਅਸੀਂ ਅੰਗਰੇਜ਼ਾਂ ਨੂੰ ਭਾਰਤ ਤੋਂ ਬਾਹਰ ਕੱਢ ਦਈਏ। ਸਾਰੇ ਕੰਮ ਛੱਡ ਕੇ ਉਹ ਅੰਗਰੇਜ਼ੀ ਰਾਜ ਦੇ ਵਿਰੁੱਧ ਜੰਗ ਲੜਨ ਵਾਲੇ ਦਸਤਿਆਂ ਨਾਲ ਮਿਲ ਗਏ। ਦਸਤੇ ਜਿਹੜੀਆਂ ਪਾਰਟੀਆਂ ਹੁੰਦੀਆਂ ਸੀ, ਉਹਨਾਂ ਨੇ ਵਕਾਲਤ ਵੀ ਛੱਡ ਦਿੱਤੀ, ਸਾਰੇ ਕੰਮ ਛੱਡ ਦਿੱਤੇ। ਉਹਨਾਂ ਨੇ ਸਭ ਤੋਂ ਪਹਿਲਾਂ ਕੀ ਕੰਮ ਕੀਤਾ ਕਿ ਅੰਗਰੇਜ਼ੀ ਰਾਜ ਦੇ ਵਿਰੁੱਧ ਜਿੰਨੀਆਂ ਵੀ ਲੜਾਈ ਲੜਨ ਵਾਲੀਆਂ ਪਾਰਟੀਆਂ ਸੀਗੀਆਂ ਉਹਨਾਂ ਨਾਲ ਮਿਲ ਗਏ। ਵਕਾਲਤ ਤੋਂ ਜਿੰਨੀ ਆਮਦਨ ਹੁੰਦੀ ਉਹ ਉਸ ਵਿੱਚੋਂ ਥੋੜੀ ਜਿੰਨੀ ਆਪਣੇ ਖਰਚੇ ਜੋਗੀ ਰੱਖ ਕੇ ਬਾਕੀ ਸਾਰੀ ਦੀ ਸਾਰੀ ਕਾਂਗਰਸ ਨੂੰ ਦੇ ਦਿੰਦੇ। ਲਾਲਾ ਲਾਜਪਤ ਰਾਏ ਕਾਂਗਰਸ ਪਾਰਟੀ ਦੇ ਮੈਂਬਰ ਸੀਗੇ, ਉਹਨਾਂ ਨੇ ਉਸ ਪਾਰਟੀ ਨੂੰ ਅਪਣਾਇਆ ਹੋਇਆ ਸੀ। ਜਿੰਨੀ ਵੀ ਇਹਨਾਂ ਨੂੰ ਵਕਾਲਤ ਤੋਂ ਆਮਦਨ ਹੁੰਦੀ ਉਹਦੇ ਵਿੱਚੋਂ ਥੋੜਾ ਹਿੱਸਾ ਆਪ ਰੱਖ ਲੈਂਦੇ ਤੇ ਬਾਕੀ ਸਾਰੀ ਆਪਣੀ ਪਾਰਟੀ ਨੂੰ ਦੇ ਦਿੰਦੇ। ਇੱਕ ਵਾਰ ਜਦੋਂ ਕਾਂਗਰਸ ਨੂੰ ਚੰਦੇ ਦੀ ਲੋੜ ਪਈ, ਉਹਨਾਂ ਨੇ ਆਪਣੇ ਬੈਂਕ ਵਿੱਚ ਆਪਣਾ ਹਿਸਾਬ ਵੇਖਿਆ। 5000 ਤੋਂ ਉੱਪਰ ਕੋਈ 6-7 ਆਨੇ ਸੀ। ਉਹਨਾਂ ਨੇ 5000 ਦਾਨ ਕਰ ਦਿੱਤੇ ਤੇ ਬਾਕੀ 6-7 ਆਨੇ ਆਪਣੇ ਲਈ ਰੱਖ ਦਿੱਤੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਦੇਸ਼ ਤੋਂ ਉੱਪਰ ਹੋਰ ਕੁਝ ਵੀ ਨਹੀਂ ਹੈ। ਜੇ ਅਸੀਂ ਆਜ਼ਾਦ ਹੋਵਾਂਗੇ ਤਾਂ ਇਸ ਤੋਂ ਜ਼ਿਆਦਾ ਵੀ ਕਮਾ ਸਕਾਂਗੇ। ਸੋ ਇਸ ਲਈ ਉਹਨਾਂ ਨੇ ਆਪਣੀ ਜਮ੍ਹਾਂ ਕੀਤੀ ਰਾਸ਼ੀ ਜਿਹੜੀ 5000 ਸੀਗੀ ਉਹ ਸਾਰੀ ਦੀ ਸਾਰੀ ਪਾਰਟੀ ਨੂੰ ਦਾਨ ਕਰ ਦਿੱਤੀ ਤੇ ਆਪ ਆਪਣੇ ਕੋਲ ਸਿਰਫ 6-7 ਆਨੇ ਹੀ ਰੱਖੇ। ਇਹੋ ਜਿਹਾ ਉਹਨਾਂ ਦਾ ਸੁਭਾਅ ਸੀ ਕਿ ਉਹਨਾਂ ਲਈ ਦੇਸ਼ ਤੋਂ ਉੱਪਰ ਹੋਰ ਕੋਈ ਵੀ ਚੀਜ਼ ਨਹੀਂ ਸੀ। ਇਸ ਕਿਸਮ ਦਾ ਖੁੱਲਾ ਦਾਨ ਕਰਨ ਵਾਲਾ ਤੇ ਮੁਲਕ ਦੀ ਆਜ਼ਾਦੀ ਖਾਤਰ ਸਿਰ ਧੜ ਦੀ ਬਾਜੀ ਲਾਉਣ ਵਾਲਾ ਪੰਜਾਬ ਵਿੱਚ ਹੋਰ ਕੋਈ ਵਿਰਲਾ ਹੀ ਸੀ। ਇਸੇ ਲਈ ਉਹਨਾਂ ਨੂੰ ਪੰਜਾਬ ਕੇਸਰੀ ਆਖਦੇ ਸਨ। ਕਹਿੰਦੇ ਕਿ ਲਾਲਾ ਲਾਜਪਤ ਰਾਏ ਵਰਗਾ ਖੁੱਲਾ ਦਾਨ ਕਰਨ ਵਾਲਾ, ਮੁਲਕ ਦੀ ਖਾਤਰ ਜਾਨ ਦੀ ਪਰਵਾਹ ਨਾ ਕਰਨ ਵਾਲਾ, ਸਿਰ ਧੜ ਦੀ ਬਾਜੀ ਲਾਉਣਾ ਕੀ ਆ? ਇੱਕ ਮੁਹਾਵਰਾ ਜਿਸਦਾ ਅਰਥ ਹੈ ਜਾਨ ਦੀ ਪਰਵਾਹ ਨਾ ਕਰਨਾ। ਕਹਿੰਦੇ ਇਹੋ ਜਿਹਾ ਕੋਈ ਹੋਰ ਸੂਰਮਾ ਪੰਜਾਬ ਦੇ ਵਿੱਚ ਵਿਰਲਾ ਹੀ ਹੋਵੇਗਾ। ਇਸੇ ਕਰਕੇ ਉਹਨਾਂ ਨੂੰ ਪੰਜਾਬ ਕੇਸਰੀ ਕਹਿੰਦੇ ਸੀ। ਪੰਜਾਬ ਕੇਸਰੀ ਮੀਨਸ ਪੰਜਾਬ ਦੇ ਵਿੱਚ ਕ੍ਰਾਂਤੀ ਲਿਆਉਣ ਵਾਲਾ।
ਲਾਲਾ ਜੀ 1913-14 ਵਿੱਚ ਅਮਰੀਕਾ ਚਲੇ ਗਏ। ਅੰਡਰਲਾਈਨ ਅਮਰੀਕਾ ਕਦੋਂ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਜਗ੍ਹਾ ਜਗ੍ਹਾ ਭਾਸ਼ਣ ਦਿੱਤੇ। ਹਜ਼ਾਰਾਂ ਲੱਖਾਂ ਲੋਕ ਲਾਲਾ ਜੀ ਦਾ ਭਾਸ਼ਣ ਸੁਣਨ ਆਉਂਦੇ। ਉਹਨਾਂ ਨੇ ਹਿੰਦੁਸਤਾਨ ਦੇ ਦ੍ਰਿਸ਼ਟੀਕੋਣ ਨੂੰ ਇੱਕ ਵਕੀਲ ਵਾਂਗ ਦੁਨੀਆ ਦੀ ਲੋਕ ਇਨਸਾਫ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਜਦੋਂ ਕਹਿੰਦੇ ਉਹ ਅਮਰੀਕਾ ਗਏ ਤਾਂ ਉੱਥੇ ਉਹਨਾਂ ਨੇ ਜਗ੍ਹਾ ਜਗ੍ਹਾ ਜਾ ਕੇ ਭਾਸ਼ਣ ਦਿੱਤੇ। ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉਹਨਾਂ ਦਾ ਭਾਸ਼ਣ ਸੁਣਨ ਲਈ ਆਉਂਦੇ ਸਨ। ਉਹਨਾਂ ਨੇ ਹਿੰਦੁਸਤਾਨ ਦੀ ਦ੍ਰਿਸ਼ਟੀਕੋਣ ਨੂੰ ਮੀਨਸ ਜੋ ਇੱਕ ਹਿੰਦੁਸਤਾਨ ਦੀ ਉਸ ਸਮੇਂ ਸਥਿਤੀ ਸੀਗੀ ਉਹਨੂੰ ਇੱਕ ਵਕੀਲ ਦੀ ਤਰ੍ਹਾਂ ਉੱਥੇ ਦੀ ਲੋਕ ਅਦਾਲਤ ਮੀਨਸ ਜਿਹੜੇ ਅਮਰੀਕਾ ਦੇ ਵਿੱਚ ਲੋਕ ਸੀਗੇ ਉਹਨਾਂ ਦੇ ਸਾਹਮਣੇ ਰੱਖਿਆ ਤੇ ਇਹ ਪੁੱਛਿਆ ਕਿ ਤੁਸੀਂ ਖੁਦ ਦੱਸੋ ਕਿ ਇਹ ਕਿੱਥੇ ਦਾ ਨਿਆਂ ਹੈ ਕਿ ਤੁਸੀਂ ਇੱਕ ਦੇਸ਼ ਦੇ ਉੱਪਰ ਰਾਜ ਕਰਦੇ ਹੋ ਔਰ ਉਸ ਦੇਸ਼ ਦੇ ਲੋਕਾਂ ਨੂੰ ਉੱਠਣ ਵੀ ਨਹੀਂ ਦਿੰਦੇ। ਕਿਉਂ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ? ਕਿਉਂ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਹੱਕ ਨਹੀਂ ਦਿੱਤੇ ਜਾਂਦੇ? ਕਿਉਂ ਜਿਹੜੇ ਕਾਨੂੰਨ ਬਣਾਏ ਜਾਂਦੇ ਆ ਉਹ ਜਨਤਾ ਦੇ ਹੱਕ ਲਈ ਨਹੀਂ ਬਣਾਏ ਜਾਂਦੇ? ਸੋ ਜਦੋਂ ਉਹਨਾਂ ਨੇ ਇਹੋ ਜਿਹੇ ਵਿਚਾਰ ਅਮਰੀਕਾ ਦੀ ਜਨਤਾ ਦੇ ਸਾਹਮਣੇ ਰੱਖੇ ਤਾਂ ਜਿਹੜੇ ਉਹ ਲੋਕ ਸੀਗੇ ਉਹ ਵੀ ਲਾਲਾ ਲਾਜਪਤ ਰਾਏ ਨਾਲ ਜੁੜ ਗਏ। ਉਹਨਾਂ ਦੀ ਜ਼ੁਬਾਨ ਤੇ ਬੋਲਣ ਦੇ ਢੰਗ ਵਿੱਚ ਰਸ ਤੇ ਖਿੱਚ ਸੀ। ਕਹਿੰਦੇ ਕਿ ਉਹ ਜਦੋਂ ਉਹ ਬੋਲਦੇ ਸੀਗੇ ਇੱਕ ਖਿੱਚ ਸੀ, ਲੋਕ ਆਪਣੇ ਆਪ ਉਹਨਾਂ ਵੱਲ ਖਿੱਚੇ ਆਉਂਦੇ ਸੀ। ਪੱਛਮ ਦੇ ਲੋਕਾਂ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਇੱਕ ਹਿੰਦੁਸਤਾਨੀ ਦੇ ਮੂੰਹੋਂ ਸੁਣਨ ਦਾ ਮੌਕਾ ਮਿਲਿਆ। ਪੱਛਮ ਮੀਨਸ ਅਮਰੀਕਾ। ਅਮਰੀਕਾ ਦੇ ਲੋਕਾਂ ਨੂੰ ਪਹਿਲਾਂ ਭਾਰਤ ਦੀ ਸਥਿਤੀ ਦਾ ਗਿਆਨ ਬਿਲਕੁਲ ਨਹੀਂ ਸੀ। ਲਾਲਾ ਲਾਜਪਤ ਰਾਏ ਦੀਆਂ ਦਲੀਲਾਂ ਤੋਂ ਉਹਨਾਂ ਨੂੰ ਇੱਕ ਹਿੰਦੁਸਤਾਨੀ ਵਿਅਕਤੀ ਦੇ ਮੂੰਹੋਂ ਹਿੰਦੁਸਤਾਨ ਦੀ ਗਾਥਾ ਸੀ, ਜੋ ਕਹਾਣੀ ਸੀ, ਸੁਣਨ ਨੂੰ ਮਿਲੀ। ਜੋ ਉਹਨਾਂ ਲੋਕਾਂ ਦੀ ਤਰਾਸਦੀ ਸੀਗੀ ਉਹ ਸੁਣਨ ਨੂੰ ਮਿਲੀ। ਉਹਨਾਂ ਦੀਆਂ ਅੱਖਾਂ ਖੁੱਲ ਗਈਆਂ। ਕਿਹਨਾਂ ਦੀਆਂ? ਅਮਰੀਕਾ ਦੇ ਲੋਕਾਂ ਦੀਆਂ। ਉਹਨਾਂ ਨੇ ਸਮਝ ਲਿਆ ਕਿ ਹਿੰਦੁਸਤਾਨੀ ਆਪਣੇ ਹੱਕਾਂ ਦੀ ਮੰਗ ਕਰਨ ਵਾਲੇ, ਇਨਸਾਫ ਲਈ ਲੜਨ ਵਾਲੇ ਤੇ ਕੁਰਬਾਨੀ ਦੇਣ ਵਾਲੇ ਸਮਝਦਾਰ ਲੋਕ ਹਨ। ਲਾਲਾ ਲਾਜਪਤ ਰਾਏ ਦੇ ਭਾਸ਼ਣਾਂ ਤੋਂ, ਦਲੀਲਾਂ ਤੋਂ, ਵਿਚਾਰਾਂ ਤੋਂ ਅਮਰੀਕਾ ਦੇ ਲੋਕਾਂ ਨੂੰ ਇਹ ਸਮਝ ਆ ਗਈ ਸੀ ਕਿ ਜਿਹੜੇ ਹੁਣ ਹਿੰਦੁਸਤਾਨੀ ਨੇ ਉਹ ਆਪਣੀ ਹੱਕਾਂ ਦੀ ਮੰਗ ਕਰਨ ਲਈ, ਇਨਸਾਫ ਲਈ ਲੜਨ ਲਈ ਤੇ ਕੁਰਬਾਨੀ ਦੇਣ ਲਈ ਤਿਆਰ ਰਹਿਣ ਵਾਲੇ ਸਮਝਦਾਰ ਲੋਕ ਹਨ। ਉਹਨਾਂ ਨੂੰ ਵੀ ਆਪਣੇ ਅਧਿਕਾਰਾਂ ਦੀ ਸਮਝ ਲੱਗ ਗਈ ਹੈ। ਲਾਲਾ ਜੀ ਨੇ ਇੱਥੋਂ ਆਪਣੇ ਵਿਚਾਰਾਂ ਨੂੰ ਲੋਕਾਂ ਵਿੱਚ ਫੈਲਾਉਣ ਲਈ ਅੰਗਰੇਜ਼ੀ ਵਿੱਚ ਇੱਕ ਅਖਬਾਰ ਜੰਗ ਇੰਡੀਆ ਛਾਪਣੀ ਆਰੰਭ ਕੀਤੀ। ਅੰਡਰਲਾਈਨ ਕਰੋ, ਅਮਰੀਕਾ ਦੇ ਵਿੱਚ ਕਿਹੜੀ ਅਖਬਾਰ ਛਾਪੀ? ਜੰਗ ਇੰਡੀਆ। ਜੰਗ ਇੰਡੀਆ ਦਾ ਮਤਲਬ ਕੀ ਹੈ? ਨੌਜਵਾਨ ਭਾਰਤ। ਲਾਲਾ ਜੀ ਆਖਿਆ ਕਰਦੇ ਸਨ, ਮੈਂ ਹਿੰਦੁਸਤਾਨ ਦੀ ਆਜ਼ਾਦੀ ਦੀ ਜੰਗ ਜਾਰੀ ਰੱਖਣ ਖਾਤਰ ਭੀਖ ਤੱਕ ਮੰਗਾਂਗਾ, ਉਧਾਰ ਤੱਕ ਚੁੱਕਾਂਗਾ ਤੇ ਜੇ ਵਕਤ ਪਿਆ ਤਾਂ ਚੋਰੀ ਵੀ ਕਰਾਂਗਾ, ਪਰ ਮੁਲਕ ਦੀ ਆਜ਼ਾਦੀ ਦੀ ਲੜਾਈ ਨੂੰ ਪਿੱਛੇ ਨਹੀਂ ਪੈਣ ਦਿਆਂਗਾ। ਕਹਿੰਦੇ ਉੱਥੇ ਲਾਲਾ ਜੀ ਲੋਕਾਂ ਨੂੰ ਦੱਸਦੇ ਹੁੰਦੇ ਸੀਗੇ ਕਿ ਜੇਕਰ ਭਾਰਤ ਦੀ ਆਜ਼ਾਦੀ ਲਈ ਮੈਨੂੰ ਇਸ ਲੜਾਈ ਨੂੰ ਜਾਰੀ ਰੱਖਣ ਲਈ ਜੇਕਰ ਭੀਖ ਵੀ ਮੰਗਣੀ ਪਈ, ਕਰਜ਼ਾ ਵੀ ਚੁੱਕਣਾ ਪਿਆ, ਕਹਿੰਦਾ ਇੱਥੋਂ ਤੱਕ ਕਿ ਮੈਨੂੰ ਚੋਰੀ ਵੀ ਕਰਨੀ ਪਈ ਤਾਂ ਮੈਂ ਉਹ ਵੀ ਕਰਾਂਗਾ, ਪਰ ਜਿਹੜੀ ਇਹ ਆਜ਼ਾਦੀ ਦੀ ਲੜਾਈ ਅਸੀਂ ਸ਼ੁਰੂ ਕੀਤੀ ਹੋਈ ਆ ਇਸ ਤੋਂ ਮੈਂ ਕਦੇ ਵੀ ਪਿੱਛੇ ਨਹੀਂ ਰਹਾਂਗਾ। ਲਾਲਾ ਜੀ ਦਾ ਇਹ ਫਿਕਰਾ ਥਾਂ ਥਾਂ ਦੁਹਰਾਇਆ ਜਾਂਦਾ ਸੀ। ਫਿਕਰਾ ਮੀਨਸ ਵਿਚਾਰ। ਕਹਿੰਦੇ ਕਿ ਜੋ ਲਾਲਾ ਜੀ ਨੇ ਅਮਰੀਕਾ ਦੇ ਵਿੱਚ ਵਿਚਾਰ ਜਨਤਾ ਦੇ ਸਾਹਮਣੇ ਰੱਖਿਆ ਸੀ ਉਹ ਹਰ ਥਾਂ ਥਾਂ ਦੁਹਰਾਇਆ ਜਾਂਦਾ ਸੀ, ਜਿਸ ਤੋਂ ਲੋਕ ਬਹੁਤ ਪ੍ਰਭਾਵਿਤ ਹੁੰਦੇ ਸਨ। ਜਦ 1919 ਈਸਵੀ ਵਿੱਚ ਲਾਲਾ ਜੀ ਅਮਰੀਕਾ ਤੋਂ ਹਿੰਦੁਸਤਾਨ ਆਏ ਤਾਂ ਪਹਿਲੀ ਵੱਡੀ ਜੰਗ ਖਤਮ ਹੋ ਚੁੱਕੀ ਸੀ। ਜੰਗ ਪਿੱਛੋਂ ਗੁਲਾਮ ਮੁਲਕਾਂ ਨੂੰ ਆਜ਼ਾਦੀ ਮਿਲ ਗਈ, ਪਰ ਸਾਡੇ ਮੁਲਕ ਦੀ ਗੁਲਾਮੀ ਦਾ ਕੰਡਾ ਉਵੇਂ ਹੀ ਅੜਿਆ ਰਿਹਾ। ਕਹਿੰਦੇ ਕਿ ਉਸ ਸਮੇਂ ਜਿਹੜੀ ਪਹਿਲੀ ਵਿਸ਼ਵ ਯੁੱਧ ਸੀਗਾ, ਉਹ ਫਰਸਟ ਵਰਲਡ ਵਾਰ ਸੀਗੀ, ਉਹ ਸ਼ੁਰੂ ਹੋਈ ਸੀਗੀ, ਪਰ ਜਦੋਂ ਉਹ ਵਾਪਸ ਆਏ ਉਦੋਂ ਉਹ ਖਤਮ ਹੋ ਚੁੱਕੀ ਸੀ। ਅਨੇਕਾਂ ਦੇਸ਼ਾਂ ਨੂੰ ਕਹਿੰਦੇ ਜਿਹੜੇ ਗੁਲਾਮ ਸੀਗੇ ਉਹਨਾਂ ਨੂੰ ਆਜ਼ਾਦੀ ਮਿਲ ਗਈ ਸੀ, ਪਰ ਹਜੇ ਤੱਕ ਭਾਰਤੀਆਂ ਨੂੰ ਆਜ਼ਾਦੀ ਨਹੀਂ ਮਿਲੀ ਸੀ, ਕਿਉਂਕਿ ਭਾਰਤ ਇੱਕ ਇੰਨਾ ਅਮੀਰ ਦੇਸ਼ ਸੀ ਜਿਸ ਨੂੰ ਉਹ ਜਿੰਨਾ ਵੀ ਲੁੱਟ ਸਕਦੇ ਸੀਗੇ ਉਹ ਥੋੜਾ ਸੀ, ਇਸ ਲਈ ਉਹ ਇਹਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਸੀਗੇ। ਮੁਲਕ ਵਿੱਚ ਵਿਦੇਸ਼ੀ ਰਾਜ ਦੇ ਖਿਲਾਫ ਜ਼ਬਰਦਸਤ ਲਹਿਰ ਦੌੜ ਗਈ।
ਜਦੋਂ ਹੁਣ ਭਾਰਤੀਆਂ ਨੂੰ ਵੀ ਇਸ ਚੀਜ਼ ਦੀ ਸਮਝ ਲੱਗ ਗਈ ਸੀ ਕਿ ਜਿਸ ਤਰ੍ਹਾਂ ਵਿਰੋਧ ਕਰਨ ਦੇ ਨਾਲ ਬਾਕੀ ਦੇ ਦੇਸ਼ਾਂ ਦੇ ਲੋਕ ਆਜ਼ਾਦ ਹੋ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਹੋ ਸਕਦੇ। ਸੋ ਹੌਲੀ ਹੌਲੀ ਜਿਹੜੀ ਲੜਾਈ ਜਿਹੜੀ ਸੀਗੀ ਅੰਗਰੇਜ਼ਾਂ ਵਿਰੁੱਧ ਹੌਲੀ ਹੌਲੀ ਚੱਲ ਰਹੀ ਸੀ, ਹੁਣ ਉਹ ਇੱਕਦਮ ਤੇਜ਼ ਹੋ ਗਈ ਸੀ। ਕਈ ਨੌਜਵਾਨ ਜਿਹੜੇ ਸੀਗੇ ਉਹ ਇਸ ਲੜਾਈ ਵਿੱਚ ਸ਼ਾਮਿਲ ਹੋ ਗਏ ਸੀ, ਜਿਨ੍ਹਾਂ ਵਿੱਚ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਸੁਖਦੇਵ, ਰਾਜਗੁਰੂ, ਹੋਰ ਵੀ ਇਸ ਤੋਂ ਇਲਾਵਾ ਜਿਹੜੇ ਦੇਸ਼ ਭਗਤ ਸੀਗੇ ਉਹ ਵੀ ਇਸ ਵਿੱਚ ਸ਼ਾਮਲ ਹੋ ਗਏ ਸੀ। ਲੋਕ ਅੰਗਰੇਜ਼ਾਂ ਦੇ ਲਗਾਤਾਰ ਕੀਤੇ ਝੂਠੇ ਵਾਅਦਿਆਂ ਦੇ ਤੋਂ ਅੱਕ ਚੁੱਕੇ ਸਨ। ਜਿਹੜੇ ਅੰਗਰੇਜ਼ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰ ਕਰਕੇ ਉਹਨਾਂ ਨਾਲ ਧੋਖਾ ਕਰਦੀ ਸੀ, ਉਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀ ਸੀ, ਲੋਕ ਹੁਣ ਉਹਨਾਂ ਤੋਂ ਅੱਕ ਚੁੱਕੇ ਸੀ, ਦੁਖੀ ਹੋ ਚੁੱਕੇ ਸਨ। ਹੁਣ ਉਹ ਗਾਂਧੀ ਜੀ ਦੀ ਅਗਵਾਈ ਹੇਠ ਅਹਿੰਸਾ ਦੇ ਹਥਿਆਰ ਨਾਲ ਅੰਗਰੇਜ਼ਾਂ ਦੇ ਖਿਲਾਫ ਟੱਕਰ ਲੈਣ ਲਈ ਜੁਟ ਰਹੇ ਸਨ। ਗਾਂਧੀ ਜੀ ਦੀ ਕੀ ਨੀਤੀ ਸੀ ਕਿ ਬਿਨਾਂ ਲੜਾਈ ਤੋਂ ਸ਼ਾਂਤ ਨੀਤੀ ਅਪਣਾ ਕੇ ਅਸੀਂ ਆਜ਼ਾਦੀ ਪ੍ਰਾਪਤ ਕਰਨੀ ਆ। ਸੋ ਲੋਕ ਜਿਹੜੇ ਸੀਗੇ ਹੌਲੀ ਹੌਲੀ ਉਹਨਾਂ ਨਾਲ ਜੁੜਨਾ ਸ਼ੁਰੂ ਹੋ ਗਏ ਸੀ ਤਾਂ ਜੋ ਉਹ ਅੰਗਰੇਜ਼ਾਂ ਦੇ ਖਿਲਾਫ ਟੱਕਰ ਲੈਣ ਵਿੱਚ ਜੁਟ ਜਾਣ, ਲੜਾਈ ਲੜਨ ਦੇ ਲਈ ਜੁਟ ਜਾਣ। ਟੱਕਰ ਲੈਣਾ ਹੁੰਦਾ ਆ ਲੜਾਈ ਲੜਨਾ। ਟੱਕਰ ਲੈਣਾ ਇੱਕ ਮੁਹਾਵਰਾ ਆ ਬੇਟਾ ਜੀ, ਇਹਨੂੰ ਤੁਸੀਂ ਅੰਡਰਲਾਈਨ ਕਰ ਲਓ। ਅੱਗੇ ਬੇਟਾ ਜੀ ਤੁਹਾਡੇ ਪੇਜ ਨੰਬਰ 78 ਤੇ ਦੇਖੋ ਦਿੱਤਾ ਹੋਇਆ ਆ, ਹਿੰਦੁਸਤਾਨ ਨੂੰ ਬਾਹਰਲੀ ਦੁਨੀਆ ਵਿੱਚ ਭੰਡਣ ਲਈ ਮਿਸ ਮੀਓ ਨਾਂ ਦੀ ਇੱਕ ਔਰਤ ਨੇ ਭਾਰਤ ਮਾਤਾ ਨਾਂ ਦੀ ਇੱਕ ਕਿਤਾਬ ਲਿਖੀ, ਜਿਸ ਦਾ ਕਰਾਰਾ ਤੇ ਦਲੀਲਾਂ ਭਰਿਆ ਜਵਾਬ ਲਾਲਾ ਜੀ ਨੇ ਦੁਖੀ ਭਾਰਤ ਲਿਖ ਕੇ ਦਿੱਤਾ। ਭਾਰਤ ਮਾਤਾ ਵਿੱਚ ਮਿਸ ਮੀਓ ਨੇ ਹਿੰਦੁਸਤਾਨ ਦੇ ਭੈੜੇ ਰਸਮ ਰਿਵਾਜ, ਬੁਰਾਈਆਂ ਤੇ ਕੋਝ ਫਰੋਲੇ ਅਤੇ ਇਹਨਾਂ ਨੂੰ ਪੱਛਮੀ ਦੇਸ਼ਾਂ ਵਿੱਚ ਧੁਮਾਇਆ। ਇੱਥੇ ਹੁਣ ਇੱਕ ਗੱਲ ਕੀਤੀ ਆ, ਕਹਿੰਦੇ ਕਿ ਉਸ ਸਮੇਂ ਇੱਕ ਮਿਸ ਮੀਓ ਨਾਂ ਦੀ ਅੰਗਰੇਜ਼ ਔਰਤ ਸੀਗੀ ਜਿਸ ਨੇ ਭਾਰਤ ਦੇ ਵਿੱਚ ਬਾਹਰਲੀ ਦੁਨੀਆ ਦੇ ਵਿੱਚ ਭਾਰਤ ਨੂੰ ਨਿੰਦਣ ਦੇ ਲਈ, ਭੰਡਣਾ ਨਿੰਦਣਾ, ਭਾਰਤ ਦੀ ਬੁਰਾਈ ਕਰਨ ਦੇ ਇਰਾਦੇ ਨਾਲ ਭਾਰਤ ਮਾਤਾ ਨਾਂ ਦੀ ਇੱਕ ਕਿਤਾਬ ਲਿਖੀ, ਜਿਸ ਵਿੱਚ ਉਸਨੇ ਭਾਰਤ ਦੇ ਜਿੰਨੇ ਵੀ ਭੈੜੇ ਰਸਮ ਰਿਵਾਜ ਸੀਗੇ, ਬੁਰਾਈਆਂ ਸੀ, ਜਿੰਨੇ ਵੀ ਭਾਰਤ ਦੇ ਵਿੱਚ ਕਰਮ ਕਾਂਡ ਕੀਤੇ ਜਾਂਦੇ ਸੀ, ਕੋਝ ਭਾਰਤ ਦੇ ਜਿੰਨੇ ਵੀ ਕਰਮ ਕਾਂਡ ਸੀਗੇ ਉਹਨਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਨੂੰ ਪੱਛਮੀ ਦੇਸ਼ਾਂ ਵਿੱਚ ਫੈਲਾਇਆ। ਲਾਲਾ ਜੀ ਨੇ ਇਸ ਕਿਤਾਬ ਬਾਰੇ ਆਖਿਆ, ਮਿਸ ਮੀਓ ਨੇ ਕਿਸੇ ਭੰਗਣ ਵਾਂਗ ਸਾਡੇ ਮੁਲਕ ਦੀਆਂ ਨਾਲੀਆਂ ਦਾ ਗੰਦ ਫਰੋਲਿਆ ਹੈ। ਜਿਹੜਾ ਉਸ ਸਮੇਂ ਸਮਾਂ ਕਿਹੋ ਜਿਹਾ ਸੀ ਪੁੱਤਰ ਜੀ ਕਿ ਭਾਰਤ ਤਰੱਕੀ ਤਾਂ ਕਰ ਹੀ ਨਹੀਂ ਰਿਹਾ ਸੀ, ਲੋਕ ਉਹਨਾਂ ਹੀ ਰੀਤੀ ਰਿਵਾਜਾਂ ਦੇ ਵਿੱਚ, ਰਸਮਾਂ ਵਿੱਚ ਜਕੜੇ ਹੋਏ ਸੀਗੇ। ਅੰਗਰੇਜ਼ ਧਰਮ ਦੇ ਨਾਮ ਤੇ, ਰੀਤੀ ਰਿਵਾਜਾਂ ਦੇ ਨਾਮ ਤੇ, ਜਾਤ ਪਾਤ ਦੇ ਨਾਮ ਤੇ ਲੋਕਾਂ ਨੂੰ ਆਪਸ ਦੇ ਵਿੱਚ ਭੜਕਾ ਦਿੰਦੇ ਸੀ, ਜਿਸ ਕਰਕੇ ਲੋਕ ਆਪਣੇ ਆਪ ਨੂੰ ਇਹਨਾਂ ਚੋਂ ਕੱਢਣ ਦੀ ਜਾਂ ਉਹਨਾਂ ਚੋਂ ਉੱਪਰ ਉੱਠਣ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ ਸੀ। ਸੋ ਉਸਨੇ ਇਹਨਾਂ ਦਾ ਹੀ ਫਾਇਦਾ ਉਠਾ ਕੇ ਕਿਤਾਬ ਲਿਖੀ ਤੇ ਪੂਰੀ ਦੁਨੀਆ ਵਿੱਚ ਭਾਰਤ ਦੀ ਨਿਖੇਧੀ ਕੀਤੀ। ਫਿਰ ਲਾਲਾ ਜੀ ਨੇ ਉਸਦਾ ਜਵਾਬ ਦੇਣ ਲਈ ਇੱਕ ਕਿਤਾਬ ਲਿਖੀ ਜਿਸ ਦਾ ਨਾਮ ਰੱਖਿਆ ਦੁਖੀ ਭਾਰਤ, ਤੇ ਉਸਦੇ ਵਿੱਚ ਉਹਨਾਂ ਨੇ ਲਿਖਿਆ ਕਿ ਮਿਸ ਮੀਓ ਨੇ ਕਿਸੇ ਭੰਗਣ ਵਾਂਗ, ਭੰਗਣ ਹੁੰਦਾ ਹੈਗਾ ਆ ਜਿਹੜੇ ਮਤਲਬ ਕਿ ਭੰਗੀ ਲੋਕ ਹੁੰਦੇ ਆ, ਉਹਨੇ ਸਾਡੇ ਮੁਲਕ ਦੀਆਂ ਨਾਲੀਆਂ ਦਾ ਗੰਦ ਫਰੋਲਿਆ ਹੈ। ਮਤਲਬ ਕਿ ਜੋ ਸਾਡੇ ਭਾਰਤ ਦਾ ਗੰਦ ਹੈ ਉਸਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਹੈ। ਲਾਲਾ ਜੀ ਵੱਲੋਂ ਇਹ ਮਿਸ ਮੀਓ ਦੇ ਮੂੰਹ ਤੇ ਉੱਤੇ ਚਪੇੜ ਸੀ। ਕਹਿੰਦੇ ਕਿ ਇਸ ਤਰ੍ਹਾਂ ਉਸ ਔਰਤ ਦੇ ਬਾਰੇ ਕਹਿਣਾ ਇੱਕ ਲਾਲਾ ਜੀ ਵੱਲੋਂ ਉਸ ਔਰਤ ਦੇ ਮੂੰਹ ਤੇ ਚਪੇੜ ਸੀ ਕਿ ਤੂੰ ਸਿਰਫ ਭਾਰਤ ਦੀਆਂ ਬੁਰਾਈਆਂ ਨੂੰ ਦੇਖਿਆ ਹੈ, ਭਾਰਤ ਦੇ ਵਿੱਚ ਜੋ ਅਛਾਈਆਂ ਨੇ ਤੂੰ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ, ਭਾਵ ਤੂੰ ਭਾਰਤ ਦੇ ਗੰਦ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਆ, ਜਿਹੜਾ ਇਹ ਗੰਦ ਆ ਅੰਗਰੇਜ਼ਾਂ ਦੁਆਰਾ ਹੀ ਫੈਲਾਇਆ ਹੋਇਆ ਹੈ। ਇੱਕ ਇਸ ਤਰ੍ਹਾਂ ਕਹਿ ਕੇ ਉਹਨਾਂ ਨੇ ਮਿਸ ਮੀਓ ਦੇ ਮੂੰਹ ਤੇ ਇੱਕ ਚਪੇੜ ਮਾਰਨ ਵਾਲੀ ਗੱਲ ਕੀਤੀ ਸੀ। ਲਾਲਾ ਜੀ ਨੇ ਆਪਣੀਆਂ ਕਿਤਾਬਾਂ ਤੇ ਵਕਾਲਤ ਦੀ ਸਾਰੀ ਆਮਦਨੀ ਦਾਨ ਕਰਕੇ ਆਪਣੇ ਦਵਾਰਕਾ ਦਾਸ ਜੋ ਅੰਬਾਲੇ ਵਿੱਚ ਵਕੀਲ ਸਨ, ਦੋਸਤ ਦੇ ਕੋਲ ਚਲੇ ਗਏ ਦੇ ਨਾਂ ਤੇ ਦਵਾਰਕਾ ਦਾਸ ਲਾਇਬ੍ਰੇਰੀ ਕਾਇਮ ਕੀਤੀ। ਕਹਿੰਦੇ ਕਿ ਉਹਨਾਂ ਦਾ ਇੱਕ ਦੋਸਤ ਦਵਾਰਕਾ ਦਾਸ ਸੀਗਾ ਜੋ ਅੰਬਾਲੇ ਵਿੱਚ ਰਹਿੰਦਾ ਸੀਗਾ,
ਆਪਣਾ ਸਾਰਾ ਕੁਝ ਦਾਨ ਕਰਕੇ ਉਹ ਉਹਨਾਂ ਦੇ ਕੋਲ ਚਲੇ ਗਏ। ਉਹ ਵੀ ਇੱਕ ਵਕੀਲ ਸੀ ਤੇ ਉੱਥੇ ਜਾ ਕੇ ਇਹਨਾਂ ਨੇ ਦਵਾਰਕਾ ਦਾਸ ਲਾਇਬ੍ਰੇਰੀ ਕਾਇਮ ਕੀਤੀ। ਇਸ ਲਾਇਬ੍ਰੇਰੀ ਵਿੱਚ ਜਿੰਨੀਆਂ ਸਿਆਸੀ ਤੇ ਆਰਥਿਕ ਵਿਸ਼ਿਆਂ ਉੱਤੇ ਕਿਤਾਬਾਂ ਸਨ, ਪੰਜਾਬ ਵਿੱਚ ਸ਼ਾਇਦ ਹੀ ਕਿਸੇ ਹੋਰ ਲਾਇਬ੍ਰੇਰੀ ਵਿੱਚ ਹੋਣ। ਇੱਥੇ ਲਾਲਾ ਲਾਜਪਤ ਰਾਏ ਭਵਨ ਉਹਨਾਂ ਦੇ ਨਾਂ ਤੇ ਹੀ ਬਣਿਆ ਸੀ। ਇੱਥੇ ਸਿਆਸੀ ਜਲਸੇ ਤੇ ਮੀਟਿੰਗਾਂ ਹੁੰਦੀਆਂ ਸੀ। ਲਾਲਾ ਜੀ ਖੁਦ ਵੀ ਇਸ ਭਵਨ ਦੇ ਇੱਕ ਛੋਟੇ ਜਿਹੇ ਹਿੱਸੇ ਵਿੱਚ ਰਿਹਾ ਕਰਦੇ ਸਨ। ਅੰਬਾਲੇ ਦੇ ਵਿੱਚ ਜੋ ਉਹਨਾਂ ਨੇ ਦੇਸ਼ ਦੀ ਲਈ ਸੰਘਰਸ਼ੀ ਕਰਨ ਦੇ ਲਈ ਜੋ ਜਲਸੇ ਜਲੂਸ ਲਈ ਮੀਟਿੰਗਾਂ ਕਰਨ ਲਈ ਜਗ੍ਹਾ ਬਣਾਈ ਸੀਗੀ, ਲੇਖਕ ਨੇ ਸਾਨੂੰ ਇੱਥੇ ਉਸਦਾ ਵੇਰਵਾ ਦਿੱਤਾ ਹੈ। ਉਹਨਾਂ ਨੇ ਮੁਲਕ ਦੇ ਨੌਜਵਾਨਾਂ ਨੂੰ ਰਾਜਨੀਤਿਕ ਵਿਦਿਆ ਦੇਣ ਲਈ ਲਾਹੌਰ ਦੇ ਬ੍ਰੈਡਲਾ ਹਾਲ ਵਿੱਚ ਨੈਸ਼ਨਲ ਕਾਲਜ ਖੋਲਿਆ। ਇਹ ਉਹ ਕਾਲਜ ਸੀ ਜਿੱਥੇ ਭਗਤ ਸਿੰਘ ਵੀ ਸਿੱਖਿਆ ਪ੍ਰਾਪਤ ਕਰਦਾ ਸੀ। ਬ੍ਰੈਡਲਾ ਹਾਲ ਦੇ ਵਿੱਚ ਨੈਸ਼ਨਲ ਕਾਲਜ ਖੋਲਿਆ, ਅੰਡਰਲਾਈਨ ਕਰੋ ਇਹ ਲਾਈਨਾਂ, ਜਿੱਥੋਂ ਬਹੁਤ ਸਾਰੇ ਦੇਸ਼ ਭਗਤਾਂ ਇਨਕਲਾਬੀ ਨੌਜਵਾਨਾਂ ਨੇ ਵਿਦਿਆ ਪ੍ਰਾਪਤ ਕੀਤੀ। ਲਾਲਾ ਜੀ ਆਪ ਵੀ ਇਸ ਕਾਲਜ ਵਿੱਚ ਪੜ੍ਹਾਉਂਦੇ ਸਨ। ਕਾਲਜ ਭਗਤ ਸਿੰਘ ਇਸੇ ਕਾਲਜ ਦਾ ਵਿਦਿਆਰਥੀ ਸੀ। 30 ਅਕਤੂਬਰ 1928 ਈਸਵੀ ਜਦ ਸਾਈਮਨ ਕਮਿਸ਼ਨ ਲਾਹੌਰ ਆਇਆ ਤਾਂ ਸਟੇਸ਼ਨ ਤੇ ਲੋਕਾਂ ਦਾ ਠਾਠਾ ਮਾਰਦਾ ਸਮੁੰਦਰ ਕਾਲੇ ਝੰਡਿਆਂ ਲਈ ਨਾਰੇ ਲਾ ਰਿਹਾ ਸੀ। ਸਾਈਮਨ ਬਲਾਇਤ ਮੁੜ ਜਾ, ਸਾਨੂੰ ਤੇਰੀ ਲੋੜ ਨਹੀਂ, ਬਲਾਇਤ ਮੁੜ ਜਾ। ਸਾਈਮਨ ਕਮਿਸ਼ਨ ਤੁਸੀਂ ਸਾਰੇ ਹੀ SST ਪੜ੍ਹਦੇ ਹੋ। ਅੰਡਰਲਾਈਨ ਕਰੋ 30 ਅਕਤੂਬਰ 1928 ਦੇ ਵਿੱਚ ਜਿਹੜਾ ਸਾਈਮਨ ਕਮਿਸ਼ਨ ਸੀਗਾ ਉਹ ਭਾਰਤ ਦੇ ਵਿੱਚ ਆਇਆ ਸੀ। ਤਾਂ ਉਸ ਸਮੇਂ ਲਾਲਾ ਲਾਜਪਤ ਰਾਏ ਦੀ ਅਗਵਾਈ ਦੇ ਹੇਠਾਂ ਇੱਕ ਬਹੁਤ ਭਾਰੀ ਜਲੂਸ ਕੱਢਿਆ ਗਿਆ ਸੀ, ਜਿਸ ਵਿੱਚ ਲੋਕਾਂ ਨੇ ਕਾਲੇ ਝੰਡੇ ਫੜੇ ਹੋਏ ਸੀਗੇ ਤੇ ਸਾਈਮਨ ਕਮਿਸ਼ਨ ਨੂੰ ਵਾਪਸ ਵਿਲਾਇਤ ਜਾਣ ਲਈ ਕਿਹਾ ਜਾਂਦਾ ਸੀ। ਸਾਈਮਨ ਕਮਿਸ਼ਨ ਕੁਝ ਮੈਂਬਰਾਂ ਦੀ ਇੱਕ ਕਮੇਟੀ ਸੀ ਜੋ ਭਾਰਤ ਦੇ ਵਿੱਚ ਕਾਲੇ ਤੇ ਗੋਰੇ ਦੇ ਆਧਾਰ ਤੇ ਫਰਕ ਭੇਦ ਕਰਨਾ ਚਾਹੁੰਦੀ ਸੀ ਕਿ ਇਸ ਦੇ ਦੁਆਰਾ ਭਾਰਤੀਆਂ ਨੂੰ ਹੋਰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਣੀ ਸੀ। ਲਾਲਾ ਜੀ ਇਸ ਜਲੂਸ ਦੀ ਅਗਵਾਈ ਕਰ ਰਹੇ ਸਨ। ਅੰਗਰੇਜ਼ਾਂ ਨੇ ਜਲਸੇ ਜਲੂਸ ਕੱਢਣ ਤੇ ਸਖਤ ਪਾਬੰਦੀਆਂ ਲਾਈਆਂ ਹੋਈਆਂ ਸਨ, ਪਰ ਫਿਰ ਵੀ ਲੱਖਾਂ ਲੋਕ ਸਾਈਮਨ ਕਮਿਸ਼ਨ ਦੇ ਖਿਲਾਫ ਆਪਣੀ ਆਵਾਜ਼ ਉੱਚੀ ਕਰਨ ਲਈ ਇਕੱਠੇ ਹੋ ਗਏ। ਦੁਪਹਿਰ ਦੇ 2 ਵਜੇ ਪੁਲਿਸ ਕਪਤਾਨ ਮਿਸਟਰ ਸਕਾਟ ਨੇ ਪੁਲਿਸ ਨੂੰ ਲੋਕਾਂ ਉੱਤੇ ਲਾਠੀਆਂ ਭਰਾਉਣ ਦਾ ਹੁਕਮ ਦਿੱਤਾ। ਇਕੱਠ ਉੱਤੇ ਲਾਠੀਆਂ ਭਰੀਆਂ। ਮਿਸਟਰ ਸਕਾਟ ਨੇ ਆਪ ਅੱਗੇ ਵੱਧ ਕੇ ਲਾਲਾ ਜੀ ਨੂੰ ਲਾਠੀਆਂ ਮਾਰੀਆਂ ਤੇ ਲਾਲਾ ਜੀ ਫੱਟੜ ਹੋ ਕੇ ਡਿੱਗ ਪਏ। ਇਹ ਸਾਰੀ ਘਟਨਾ ਤੁਹਾਨੂੰ ਪਤਾ ਹੀ ਹੈ, ਤੁਸੀਂ ਪਹਿਲਾਂ ਵੀ ਪੜ੍ਹੀ ਹੋਈ ਆ ਕਿ ਇਸ ਜਲੂਸ ਦੇ ਇਸ ਜਲਸੇ ਦੇ ਉੱਪਰ ਲਾਠੀਆਂ ਮਾਰਨ ਦਾ ਹੁਕਮ ਜਿਹੜਾ ਹੈ ਮਿਸਟਰ ਸਕਾਟ ਨੇ ਦਿੱਤਾ ਸੀਗਾ, ਔਰ ਜਿਸ ਕਰਕੇ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ ਸੀ। ਔਰ ਇਸੇ ਮੌਤ ਦਾ ਬਦਲਾ ਲੈਣ ਲਈ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਮਿਸਟਰ ਸਕਾਟ ਦੀ ਥਾਂ ਸਾਂਡਰਸ ਨੂੰ ਮਾਰ ਦਿੱਤਾ ਸੀ, ਕਿਉਂਕਿ ਉਹ ਵੀ ਇਸ ਜਲਸੇ ਤੇ ਲਾਠੀਆਂ ਭਰਾਉਣ ਦੇ ਲਈ ਸ਼ਾਮਲ ਸੀ। ਉਸ ਪਿੱਛੋਂ ਲਾਲਾ ਜੀ ਬਹੁਤ ਦਿਨਾਂ ਤੱਕ ਹਸਪਤਾਲ ਵਿੱਚ ਬਿਮਾਰ ਰਹੇ। ਫੱਟ ਗਹਿਰੇ ਸਨ। ਫੱਟ ਹੁੰਦਾ ਜ਼ਖਮ। ਡਾਕਟਰਾਂ ਨੇ ਬਹੁਤ ਦਵਾ ਦਾਰੂ ਕੀਤੀ। ਦਵਾ ਦਾਰੂ ਇਲਾਜ ਕਰਨਾ, ਦਵਾ ਦਾਰੂ ਕਰਨਾ, ਇਲਾਜ ਕਰਨਾ। ਕੁਝ ਉਮੀਦ ਹੋ ਚੁੱਕੀ ਸੀ ਕਿ ਸ਼ਾਇਦ ਉਹ ਫੱਟ ਮਿਲ ਜਾਣ। ਕਹਿੰਦੇ ਕਿ ਉਹਨਾਂ ਨੂੰ ਕੁਝ ਇਹ ਆਸ ਹੋ ਚੁੱਕੀ ਸੀ ਕਿ ਸ਼ਾਇਦ ਜਿਹੜੇ ਇਹ ਜ਼ਖਮ ਨੇ ਇਹ ਠੀਕ ਹੋਣੇ ਸ਼ੁਰੂ ਹੋ ਗਏ ਹਨ। ਪਰ 17 ਨਵੰਬਰ 1928 ਨੂੰ ਤੜਕੇ 4 ਵਜੇ ਉਹ ਇੱਕਦਮ ਉੱਠੇ। ਉਹਨਾਂ ਦੀ ਵੱਖੀ ਵਿੱਚ ਜ਼ੋਰ ਦਾ ਵੱਟ ਜਿਹਾ ਪਿਆ। ਉਹਨਾਂ ਨੇ ਚਾਹ ਮੰਗੀ, ਪਰ ਚਾਹ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ। ਉਸ ਦਿਨ ਸਾਰੇ ਸ਼ਹਿਰ ਵਿੱਚ ਹੜਤਾਲ ਰਹੀ। ਪ੍ਰੋਫੈਸਰ, ਵਿਦਿਆਰਥੀ, ਕਚਹਿਰੀ ਦੇ ਵਕੀਲ, ਹਾਈ ਕੋਰਟ ਦੇ ਜੱਜ, ਦੁਕਾਨਦਾਰ, ਅਫਸਰ, ਸੜਕਾਂ ਤੇ ਰੋੜੀ ਕੁੱਟਣ ਵਾਲੇ ਮਜ਼ਦੂਰ ਸਭ ਮਾਤਮੀ ਜਲੂਸ ਵਿੱਚ ਸ਼ਾਮਲ ਸਨ। 4 ਲੱਖ ਤੋਂ ਲੋਕ ਉੱਪਰ ਜਿਹੜੇ ਸੀਗੇ ਉਹ ਉਸ ਜਲੂਸ ਦੇ ਵਿੱਚ ਸ਼ਾਮਲ ਸੀ, ਜੋ ਡੁਸਕਦੇ ਹੋਏ ਨੈਣਾ ਨਾਲ ਮੀਨਸ ਹੰਝੂਆਂ ਭਰੇ ਨੈਣਾ ਨਾਲ ਸਿਰ ਸੁੱਟੀ ਲਾਲਾ ਜੀ ਦੀ ਅਰਥੀ ਨਾਲ ਜਾ ਰਹੇ ਸਨ। ਦੁਕਾਨਾਂ, ਸਕੂਲ, ਕਚਹਿਰੀਆਂ, ਦਫ਼ਤਰ ਸਭ ਬੰਦ ਸਨ। ਹੁਣ ਦੇਖੋ ਇੱਥੇ ਮੈਂ ਬਾਰ-ਬਾਰ ਉਹਨਾਂ ਪਰਸਨ ਦੇ ਨਾਮ ਨਹੀਂ ਲੈਣੇ, ਭਾਵ ਮਜ਼ਦੂਰ ਤੋਂ ਲੈ ਕੇ ਉੱਚ ਦਰਜੇ ਦੇ ਅਫਸਰ ਤੱਕ ਸਾਰੇ ਹੀ ਲੋਕ ਉਹਨਾਂ ਦੀ ਅੰਤਮ ਵਿਦਾਈ ਦੇ ਸਮੇਂ ਮੌਜੂਦ ਸਨ। ਸਾਰਿਆਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ।
पूरा लाहौर जिहड़ा सीगा ਉਹ पूरा पंजाब जिहड़ा सीगा बंद सी। रावी दे किनारे उन्हां दा दाह संस्कार किया गया। इसे रावी दे किनारे उस तो अगले साल उन्हां दी याद विच अते मुल्क लई मुकम्मल आजादी दी मंग दा मता पास करन लई पंडित जवाहरलाल नेहरू ने तिरंगा झुलाया सी। कहंदे कि जिस रावी नदी दे किनारे ते उन्हां दा दाह संस्कार किया गया उस तो 1 साल बाद उत्थे उन्हां दी यादगार विच समाध बनाई गई जिथे पंडित जवाहरलाल नेहरू ने झंडा झुलाया ते ਇਹ ਕਿਹਾ कि लाला लाजपत राय दी सोच दे अनुसार देश ਨੂੰ आजाद कराउण ਲਈ हर संभव कोशिश की जाएगी। मता पास करना, कोशिश करन दा उपराला करना। सो बेटा ਇਹ ਸੀਗਾ ਆਪਣਾ ਪਾਠ ਲਾਲਾ ਲਾਜਪਤ ਰਾਏ, ਜਿਸ ਦੇ ਵਿੱਚ ਸਾਨੂੰ ਲਾਲਾ ਲਾਜਪਤ ਰਾਏ ਦੇ ਬਚਪਨ ਤੋਂ ਲੈ ਕੇ ਉਹਨਾਂ ਦੀ ਜਵਾਨੀ ਤੱਕ ਉਹਨਾਂ ਦੇ ਦੇਸ਼ ਲਈ ਸੰਘਰਸ਼, ਦੇਸ਼ ਲਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੇ ਕੀਤੇ ਹੋਏ ਬਲੀਦਾਨ ਬਾਰੇ ਪਤਾ ਚੱਲਦਾ ਆ। ਸੋ ਬੇਟਾ ਜੀ ਤੁਸੀਂ ਸਾਰਿਆਂ ਨੇ ਇਸ ਪਾਠ ਨੂੰ ਚੰਗੀ ਤਰ੍ਹਾਂ ਪੜ੍ਹਨਾ ਆ ਤੇ ਜੋ ਤੁਹਾਨੂੰ ਵਰਕਸ਼ੀਟ ਦੇ ਵਿੱਚ ਕੁਐਸਚਨ ਆਨਸਰ ਪੁੱਛੇ ਗਏ ਹੋਣਗੇ ਤੁਸੀਂ ਉਹਨਾਂ ਦੇ ਜਵਾਬ ਆਪਣੀਆਂ ਕਾਪੀਆਂ ਵਿੱਚ ਲਿਖਣੇ ਹਨ। ਮੈਂ ਫਿਰ ਤੋਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਜਿਹੜਾ ਉਹ ਚੈਪਟਰ ਹੈਗਾ ਆ ਉਹਨੂੰ ਧਿਆਨ ਦੇ ਨਾਲ ਪੜ੍ਹਨਾ ਹੈ। ਥੈਂਕ ਯੂ ਪੁੱਤਰ ਜੀ, ਤੁਹਾਡਾ ਸਭ ਦਾ